ਪਿਆਰੇ ਬੱਚਿਓ, ਕਲਾਸ 9ਵੀਂ ਦੀ ਸਮਾਜਿਕ ਸਿੱਖਿਆ ਦੀ ਰੋਜ਼ਾਨਾ ਅਸਾਈਨਮੈਂਟ 10 ਸਤੰਬਰ ਦੀ ਇਹ ਸੋਲਵ ਕੀਤੀ ਆ। ਰੂਸ ਦੀ ਕ੍ਰਾਂਤੀ ਦੇ ਨਾਲ ਸੰਬੰਧਿਤ ਆ। ਪਾਠ 6ਵਾਂ ਆ। ਇਹ ਦੇਖੋ, ਰੂਸ ਦੀ ਕ੍ਰਾਂਤੀ ਜਦੋਂ ਹੋਈ ਆ ਤੇ ਉਹਦੇ ਨਾਲ ਸੰਬੰਧਿਤ ਫੋਟੋ ਤੁਹਾਨੂੰ ਦਿਖਾਈ ਗਈ ਆ। ਪਿਛਲੇ ਕੁਝ ਸਾਲਾਂ ਤੋਂ ਲੋਕਾਂ ਨੂੰ ਆਈਆਂ ਔਕੜਾਂ ਨੇ ਆਖਰਕਾਰ 1905 ਈਸਵੀ ਵਿੱਚ ਰੂਸੀ ਕ੍ਰਾਂਤੀ ਨੂੰ ਜਨਮ ਦਿੱਤਾ। 1905 ਈਸਵੀ ਦੇ ਰੂਸੀ ਜਾਪਾਨੀ ਯੁੱਧ ਵਿੱਚ ਵੀ ਜਾਪਾਨ ਦੇ ਹੱਥੋਂ ਰੂਸ ਦੀ ਕਰਾਰੀ ਹਾਰ ਨੇ ਕ੍ਰਾਂਤੀ ਦੀ ਚੰਗਿਆੜੀ ਭੜਕਾਈ। ਇਸ ਹਾਰ ਨੇ ਜ਼ਾਰ ਦੀ ਅਪਰਾਜਿਤ ਯੋਧਾ ਹੋਣ ਤੇ ਰੂਸ ਦੀ ਮਹਾਨਤਾ ਦੀ ਛਾਪ ਨੂੰ ਵੱਡਾ ਧੱਬਾ ਲਾਇਆ। ਅਸੰਤੁਸ਼ਟ ਸਿਪਾਹੀਆਂ ਅਤੇ ਕਿਸਾਨਾਂ ਦੁਆਰਾ ਕੀਤੇ ਗਏ ਛੋਟੇ-ਛੋਟੇ ਵਿਦਰੋਹ ਜ਼ਾਰ ਦੁਆਰਾ ਮੱਧ ਵਰਗੀ ਲੋਕਾਂ ਅਤੇ ਅਮੀਰ ਜ਼ਿਮੀਂਦਾਰਾਂ ਦੀ ਸਹਾਇਤਾ ਨਾਲ ਕੁਚਲ ਦਿੱਤੇ ਗਏ। ਵਿਦਰੋਹੀਆਂ ਵਿੱਚ ਤਾਲਮੇਲ ਤੇ ਏਕਤਾ ਦੀ ਘਾਟ ਹੋਣ ਕਰਕੇ ਜ਼ਾਰ ਨੇ ਬਹੁਗਿਣਤੀ ਸੈਨਾ ਦੀ ਸਹਾਇਤਾ ਨਾਲ ਉਹਨਾਂ ਨੂੰ ਹਰਾ ਦਿੱਤਾ। ਤਾਂ ਰੂਸੀ ਕ੍ਰਾਂਤੀ ਦੀ ਗੱਲ ਹੋ ਰਹੀ ਹੈ। ਕ੍ਰਾਂਤੀ ਦਾ ਮਤਲਬ ਹੁੰਦਾ ਵਿਦਰੋਹ। ਜੇਕਰ ਕੁਝ ਬੱਚਿਆਂ ਨੂੰ ਇਹ ਨਹੀਂ ਕਲੀਅਰ ਵੀ ਕ੍ਰਾਂਤੀ ਦਾ ਕੀ ਭਾਵ ਹੈ, ਕ੍ਰਾਂਤੀ ਹਿੰਦੀ ਭਾਸ਼ਾ ਦਾ ਸ਼ਬਦ ਆ। ਇਹਦਾ ਮਤਲਬ ਹੈ ਵਿਦਰੋਹ। ਜਿਵੇਂ ਮੰਨ ਲਓ ਸਾਨੂੰ ਕੋਈ ਗੱਲ ਪਸੰਦ ਨਹੀਂ ਤੇ ਅਸੀਂ ਆਪਣੀ ਆਵਾਜ਼ ਚੱਕਦੇ ਹਾਂ ਨਾ ਵੀ ਇਹ ਗੱਲ ਠੀਕ ਨਹੀਂ ਹੈਗੀ, ਤੇ ਇੱਦਾਂ ਸਾਡੇ ਨਾਲ ਬਹੁਤ ਸਾਰੇ ਲੋਕ ਜੁੜ ਜਾਣ, ਉਹਨੂੰ ਅਸੀਂ ਕ੍ਰਾਂਤੀ ਦਾ ਨਾਂ ਦਿੰਦੇ ਹਾਂ। ਠੀਕ ਹੈ। ਤਾਂ ਰੂਸੀ ਕ੍ਰਾਂਤੀ ਜਿਹੜੀ ਸੀਗੀ ਉਹਦੇ ਵਿੱਚ ਜਾਪਾਨ ਦੀ ਹਾਰ ਦੀ ਗੱਲ ਵੀ ਹੁੰਦੀ ਹੈ ਵੀ ਰੂਸ ਜਿਹੜਾ ਐਡਾ ਵੱਡਾ ਦੇਸ਼ ਸੀਗਾ, ਛੋਟੇ ਜਿਹੇ ਜਾਪਾਨ ਤੋਂ ਹਾਰ ਗਿਆ। ਕਿਉਂਕਿ ਰੂਸ ਬਹੁਤ ਵੱਡਾ ਦੇਸ਼ ਸੀ। ਜਿਹੜੀ ਉੱਥੋਂ ਦੀ ਹਕੂਮਤ ਸੀ, ਜਿਹੜੇ ਜ਼ਾਰ ਸਮਰਾਜ ਸੀਗਾ, ਉਹ ਮੰਨਿਆ ਜਾਂਦਾ ਸੀ ਵੀ ਹਾਰ ਨਹੀਂ ਸਕਦਾ। ਪਰ ਜਾਪਾਨ ਤੋਂ ਹਾਰਨ ਤੋਂ ਬਾਅਦ ਜਿਹੜਾ ਇਹਨਾਂ 'ਤੇ ਬਹੁਤ ਵੱਡਾ ਧੱਬਾ ਲੱਗ ਗਿਆ। ਸਿਪਾਹੀ ਅਤੇ ਲੋਕ ਜਿਹੜੇ ਸੀਗੇ ਜਾਂ ਕਿਸਾਨ ਸੀਗੇ ਉਹ ਜ਼ਾਰ ਦੇ ਖਿਲਾਫ ਹੋ ਗਏ। ਪਰ ਜ਼ਾਰ ਜਿਹੜੇ ਸੀ ਉਹਨਾਂ ਨੇ ਵੱਡੇ ਲੋਕਾਂ ਨਾਲ ਮਿਲ ਕੇ ਇਹਨਾਂ ਨੂੰ ਇਸ ਵਿਦਰੋਹ ਨੂੰ ਕੁਚਲ ਦਿੱਤਾ, ਦਬਾ ਦਿੱਤਾ। ਪ੍ਰਸ਼ਨ ਹੈਗੇ ਇਹਦੇ ਨਾਲ ਸੰਬੰਧਿਤ। ਪਹਿਲਾ, 1905 ਈਸਵੀ ਦੇ ਯੁੱਧ ਵਿੱਚ ਰੂਸ ਨੂੰ ਕਿਸ ਨੇ ਹਰਾਇਆ? ਰੂਸ ਨੂੰ ਕਿਸ ਨੇ ਹਰਾਇਆ? ਅਮਰੀਕਾ, ਪਾਕਿਸਤਾਨ, ਫਰਾਂਸ, ਜਾਪਾਨ। ਤਾਂ ਜਾਪਾਨ ਦੀ ਗੱਲ ਹੋਈ ਆ। ਤਾਂ ਰੂਸ ਨੂੰ ਕਿਹਨੇ ਹਰਾਇਆ? ਜਾਪਾਨ ਨੇ। ਅਸੰਤੁਸ਼ਟ ਸਿਪਾਹੀਆਂ ਅਤੇ ਕਿਸਾਨਾਂ ਦੁਆਰਾ ਕੀਤੇ ਗਏ ਛੋਟੇ-ਛੋਟੇ ਵਿਦਰੋਹ ਜ਼ਾਰ ਦੁਆਰਾ ਮੱਧ ਵਰਗੀ ਲੋਕਾਂ ਅਤੇ ਅਮੀਰ ਜ਼ਿਮੀਂਦਾਰਾਂ ਦੀ ਸਹਾਇਤਾ ਨਾਲ ਕੁਚਲ ਦਿੱਤੇ ਗਏ। ਇਹਨਾਂ ਵਿਦਰੋਹਾਂ ਦੀ ਅਸਫਲਤਾ ਦਾ ਕੀ ਕਾਰਨ ਸੀ? ਜਿਹੜਾ ਵਿਦਰੋਹ ਹੋਇਆ, ਜਿਹੜੀ ਕ੍ਰਾਂਤੀ ਹੋਈ, ਉਹ ਕਿਉਂ ਕੁਚਲ ਦਿੱਤੀ ਗਈ? ਕਿਵੇਂ ਕੁਚਲ ਦਿੱਤੀ ਗਈ? ਤਾਲਮੇਲ ਦੀ ਘਾਟ ਸੀ, ਏਕਤਾ ਦੀ ਘਾਟ ਸੀ। ਊੜਾ ਤੇ ਐੜਾ ਦੋਵੇਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਤਾਲਮੇਲ ਦੀ ਵੀ ਘਾਟ ਸੀ ਤੇ ਏਕਤਾ ਦੀ ਵੀ ਘਾਟ ਸੀ। ਜਿਹੜੇ ਵਿਦਰੋਹੀ ਸੈਨਿਕ ਸੀਗੇ ਜਾਂ ਕਿਸਾਨ ਸੀਗੇ, ਉਹ ਆਪਸ ਵਿੱਚ ਮਿਲ ਕੇ ਨਹੀਂ ਲੜੇ। ਇਸ ਕਰਕੇ ਜਿਹੜਾ ਆ ਇਹ ਕ੍ਰਾਂਤੀ ਕੁਚਲ ਦਿੱਤੀ ਗਈ। ਇਹ ਸਾਡੇ ਆਨਸਰ ਆ, ਮਾਰਕ ਕੀਤੇ ਹੋਏ ਆ, ਅਤੇ ਤੁਸੀਂ ਬੱਚਿਓ ਇੱਦਾਂ ਹੀ ਨੋਟ ਕਰ ਲੈਣੇ ਆ। ਤੀਸਰਾ ਪ੍ਰਸ਼ਨ ਹੈ, 1905 ਈਸਵੀ ਵਿੱਚ ਰੂਸੀ ਜਾਪਾਨੀ ਯੁੱਧ ਹੋਇਆ। ਇਸ ਯੁੱਧ ਵਿੱਚ ਰੂਸ ਜਾਪਾਨ ਤੋਂ ਹਾਰ ਗਿਆ। ਇਸ ਹਾਰ ਨੇ ਕਿਹੜੀ ਕ੍ਰਾਂਤੀ ਨੂੰ ਜਨਮ ਦਿੱਤਾ? 1905 ਵਿੱਚ ਜਾਪਾਨ ਨੇ ਰੂਸ ਨੂੰ ਹਰਾ ਦਿੱਤਾ। ਇਹ ਗੱਲ ਯਾਦ ਰੱਖਣ ਵਾਲੀ ਹੈ। ਰੂਸ ਬਹੁਤ ਵੱਡਾ ਦੇਸ਼ ਹੈ। ਨਕਸ਼ੇ 'ਚ ਦੇਖੋਗੇ ਤਾਂ ਜਾਪਾਨ ਛੋਟਾ ਜਿਹਾ ਦੇਸ਼ ਹੈ, ਪਰ ਹਰਾ ਦਿੱਤਾ। ਇਸ ਤੋਂ ਬਾਅਦ ਲੋਕ ਜਿਹੜੇ ਆ, ਜਿਹੜੀ ਸਰਕਾਰ ਸੀ ਜਾਂ ਜਿਹੜੀ ਹਕੂਮਤ ਸੀਗੀ, ਜਿਹੜੇ ਰਾਜੇ ਸੀ ਜਾਂ ਸ਼ਾਸਨ ਕਰਨ ਵਾਲੇ ਸੀ, ਉਹਨਾਂ ਦੇ ਖਿਲਾਫ ਹੋ ਗਏ। ਅਤੇ ਕਿਹੜੀ ਕ੍ਰਾਂਤੀ ਦਾ ਜਨਮ ਹੋਇਆ? ਰੂਸ ਕ੍ਰਾਂਤੀ। ਰੂਸੀ ਕ੍ਰਾਂਤੀ ਆ, ਰੂਸ ਕ੍ਰਾਂਤੀ ਲਿਖਿਆ ਵੀ ਠੀਕ ਹੈ। ਫਰਾਂਸ, ਆਸਟ੍ਰੇਲੀਆ ਉਪਰੋਕਤ ਵਿੱਚੋਂ ਕੋਈ ਨਹੀਂ, ਇਹਨਾਂ ਦੇ ਕੋਈ ਨਹੀਂ ਹੈ। ਰੂਸ ਕ੍ਰਾਂਤੀ, ਕਿਉਂਕਿ ਰੂਸ ਦੀ ਗੱਲ ਹੋਈ ਤਾਂ ਰੂਸ ਕ੍ਰਾਂਤੀ ਸੀ। ਜਾਪਾਨ ਅਤੇ ਰੂਸ ਵਿੱਚ ਪਹਿਲਾ ਯੁੱਧ ਕਦੋਂ ਹੋਇਆ? 1905 ਦੀ ਗੱਲ ਕੀਤੀ ਹੈ ਤਾਂ 1905 ਵਿੱਚ ਹੋਇਆ। ਇਹ ਆਨਸਰ ਸਾਡੇ ਮਾਰਕ ਕੀਤੇ ਆ, ਨੋਟ ਕਰ ਲਿਓ। ਪੰਜਵਾਂ ਪ੍ਰਸ਼ਨ ਆ, ਹੁਣ ਜਿਵੇਂ ਰੂਸ ਦੇ ਰਾਜੇ ਨੂੰ ਕੀ ਕਿਹਾ ਜਾਂਦਾ ਸੀ? ਰੂਸ ਦੇ ਰਾਜੇ ਨੂੰ ਕੀ ਕਿਹਾ ਜਾਂਦਾ ਸੀ? ਪ੍ਰਧਾਨ ਮੰਤਰੀ, ਜ਼ਾਰ, ਮੁੱਖ ਮੰਤਰੀ, ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਕੀ ਕਿਹਾ ਜਾਂਦਾ ਸੀ? ਜ਼ਾਰ। ਹੁਣ ਵੀ ਜ਼ਾਰ
ਜਿਹੜੀ ਆ ਉਹਨਾਂ ਦੀ ਸੰਸਦ ਆ, ਆਪਾਂ ਪੜ੍ਹਿਆ ਸੀਗਾ ਵੀ ਉਹਨਾਂ ਦੀ ਸੰਸਦ ਕੱਲ੍ਹ ਸੀ, ਡਿਊਮਾ ਸ਼ਬਦ ਸੀ ਇੱਕ, ਡਿਊਮਾ। ਹੁਣ ਵੀ ਉਹਨਾਂ ਨੂੰ ਡਿਊਮਾ ਕਿਹਾ ਜਾਂਦਾ। ਹੁਣ ਤਾਂ ਬੇਸ਼ੱਕ ਅੱਗਿਓਂ ਰਾਸ਼ਟਰਪਤੀ ਵਗੈਰਾ ਜਾਂ ਇੱਦਾਂ ਅਹੁਦੇ ਚੇਂਜ ਹੋ ਗਏ, ਜਾਰ ਜੂਰ ਤਾਂ ਹੈ ਨਹੀਂ ਗੇ, ਪਰ ਇਹਨਾਂ ਨੂੰ ਯਾਦ ਰੱਖਿਆ ਜਾਂਦਾ ਹੈ। ਜਾਰ ਕੌਣ ਸੀ? ਜਰਮਨੀ ਦਾ ਸ਼ਾਸਕ, ਬ੍ਰਿਟਿਸ਼ ਸ਼ਾਸਕ, ਰੂਸ ਦਾ ਸ਼ਾਸਕ, ਆਸਟ੍ਰੇਲੀਆ ਦਾ ਸ਼ਾਸਕ। ਅਤੇ ਰੂਸ ਦੀ ਗੱਲ ਹੋ ਰਹੀ ਤੇ ਕੌਣ ਸੀ? ਰੂਸ ਦਾ ਸ਼ਾਸਕ। ਤਾਂ ਦੋਵੇਂ ਆਨਸਰ ਇੱਥੇ ਮਾਰਕ ਕੀਤੇ ਹੋਏ ਆ। ਇਹ ਸੀ ਸਾਡੀ ਅੱਜ ਦੀ ਡੇਲੀ ਡੋਜ਼, ਰੂਸੀ ਕ੍ਰਾਂਤੀ ਨਾਲ ਸੰਬੰਧਿਤ ਸੀ। ਜਿਹੜੀਆਂ ਚੀਜ਼ਾਂ ਦੋ ਤਿੰਨ ਕੀਤੀਆਂ, 1905 ਦੀ ਕ੍ਰਾਂਤੀ, ਰੂਸੀ ਕ੍ਰਾਂਤੀ, ਅਤੇ ਜਾਪਾਨ ਨੇ 1905 ਵਿੱਚ ਰੂਸ ਨੂੰ ਹਰਾ ਦਿੱਤਾ। ਅਤੇ ਜਾਰ ਜਿਹੜੇ ਸ਼ਾਸਕ ਸੀ ਉਹਨਾਂ ਨੇ ਮੱਧ ਵਰਗੀ ਅਤੇ ਅਮੀਰ ਲੋਕਾਂ ਨਾਲ ਮਿਲ ਕੇ ਜਿਹੜਾ ਵਿਦਰੋਹ ਸੀ ਉਹ ਕੁਚਲ ਦਿੱਤਾ। ਇੰਨੀ ਗੱਲ ਆਪਾਂ ਕੀਤੀ ਹੈ, ਬਾਕੀ ਅੱਗੇ ਕਰਾਂਗੇ। ਧੰਨਵਾਦ।